महाराज जी का एक पवित्र बचन चल रहा है। आओ आरंभ करिए। उस तो पहला अपनियां अते दास दियां गुरु चरणां विच लवाओ हाजरियां। गुरु का बख्शिया फतेह का नारा करो बुलंद गज के आखो जी वाहिगुरु जी का खालसा वाहिगुरु जी की फतेह। सतनाम श्री वाहिगुरु साहिब जी। आपे खसम निवाजिया जियो पिंड दे साजिया। तू सबना माहे समाया तिन करतै आप लुकाया। नानक गुरमुख प्रगट होया जाको जोत तरी करतार जियो। आपे खसम निवाजिया जियो पिंड दे साजिया। अपने सेवक की पैज रखिया दोए कर मस्तक धार जियो। उस परिपूर्ण परमेश्वर परमात्मा ने कुदरत करके वसिया सोई। कुदरत नूं सृष्टि नूं बना करके इहदे विचों आप वसे। आपे भांडे साजियन आपे पूर्ण दे। शरीर रूपी भांडे भी उस अकाल पुरख ने बनाए और ਇਹਦੇ ਵਿੱਚ ਦਾਤਾਂ ਵੀ ਉਸਨੇ ਪਾਉਣੀਆਂ ਕੀਤੀਆਂ। ਔਰ ਘੁਮਿਆਰ ਭਾਂਡਿਆਂ ਤੋਂ ਵੱਖ ਹੈ। ਭਾਂਡੇ ਬਣਾਉਂਦਾ ਜ਼ਰੂਰ ਹੈ ਪਰ ਭਾਂਡਿਆਂ ਵਿੱਚੋਂ ਸਮਾ ਨਹੀਂ ਸਕਦਾ। ਇੱਧਰ ਅਕਾਲ ਪੁਰਖ ਨੇ ਸਾਡੀ ਸ੍ਰਿਸ਼ਟੀ ਨੂੰ ਬਣਾ ਕੇ ਇਹਦੇ ਵਿੱਚ ਆਪ ਵਰਤਣਾ ਕੀਤਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਤੂੰ ਸਭਨਾ ਮਾਹੇ ਸਮਾਇਆ ਤਿਨ ਕਰਤੈ ਆਪ ਲੁਕਾਇਆ। ਇਹ ਪੰਕਤੀ ਆਪਾਂ ਪਿਛਲੇ ਦਿਨੀ ਸਰਵਣ ਕੀਤੀ ਸੀ ਕਿ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦੇ ਵਿੱਚ ਸਮਾਇਆ ਹੋਇਆ ਹੈ। ਆਪਣੇ ਆਪ ਨੂੰ ਇਹਦੇ ਵਿੱਚ ਗੁਪਤ ਕੀਤਾ ਹੋਇਆ ਹੈ। ਜਿਸ ਤਰ੍ਹਾਂ ਮਨੁੱਖ ਹਰ ਵਸਤੂ ਬਾਹਰੋਂ ਲੱਭਦਾ ਹੈ ਸੰਸਾਰ ਦੀ, ਇਸੇ ਭੁਲੇਖੇ ਵਿੱਚ ਹੀ ਪਰਮੇਸ਼ਰ ਨੂੰ ਵੀ ਬਾਹਰੋਂ ਲੱਭਣ ਤੇ ਲੱਗਿਆ ਹੋਇਆ ਹੈ। ਪਰ ਗੱਲ ਇਹਦੀ ਉਲਟ ਹੈ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤ ਆਪਣੇ ਅੰਦਰੋਂ ਲੱਭਦੇ ਆ, ਸੰਸਾਰੀ ਬਾਹਰੋਂ ਲੱਭਦੇ ਆ। ਔਰ ਸਤਿਗੁਰਾਂ ਨੇ ਡਾਇਰੈਕਸ਼ਨ ਵੀ ਦਿੱਤੀ ਹੈ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਦੁਨੀਆ ਜਿਹੜੀ ਹੈ ਇਹ ਤਾਂ ਇੱਕ ਮੇਲਾ ਹੈ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ, ਇਹ ਮੇਲਾ ਹੈ। ਇਸ ਮੇਲੇ ਦੇ ਵਿੱਚ ਭਾਵੇਂ ਉਹ ਸਮਾਇਆ ਹੋਇਆ ਪਰ ਤੂੰ ਆਪਣੇ ਅੰਦਰੋਂ ਹੀ ਲੱਭ ਲੈ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਤੇਰੇ ਅੰਦਰ ਹੀ ਉਹ ਲੁਕਿਆ ਹੋਇਆ। ਸੈਂਸ ਨੇ ਸਭ ਕੁਝ ਬਾਹਰੋਂ ਲੱਭਿਆ, ਗੁਰਮੁਖਾਂ ਨੇ ਭਗਤਾਂ ਨੇ ਅੰਦਰੋਂ ਲੱਭਿਆ। ਜਿਨ੍ਹਾਂ ਨੇ ਅੰਦਰੋਂ ਲੱਭਿਆ ਉਹਨਾਂ ਨੇ ਵੱਧ ਲੱਭਿਆ। ਸਾਇੰਸ ਨੂੰ ਹਜੇ ਉਹਨਾਂ ਨਹੀਂ ਮਿਲਿਆ। ਸਾਇੰਸ ਪਿੱਛੇ ਪਿੱਛੇ ਚੱਲ ਰਹੀ ਹੈ। ਉਸ ਗਿਆਨ ਦੇ, ਬ੍ਰਹਮ ਗਿਆਨ ਦੇ ਸਾਇੰਸ ਹਜੇ ਪਿੱਛੇ ਹੈ। ਭਾਵੇਂ ਕਿ ਸਾਇੰਸ ਨੇ ਵੀ ਬਹੁਤ ਤਰੱਕੀ ਕੀਤੀ ਹੈ, ਕੋਈ ਸ਼ੱਕ ਨਹੀਂ। ਪਰ ਜਿੱਥੇ ਗੁਰੂਆਂ ਦੀ ਭਗਤਾਂ ਦੀ ਸੋਚ ਪਹੁੰਚੀ ਹੈ ਹਜੇ ਉੱਥੇ ਨਹੀਂ ਪਹੁੰਚੀ। ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ। ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੇ ਆਪਣੇ ਆਪ ਨੂੰ ਮਨੁੱਖਤਾ ਦੇ ਵਿੱਚੇ ਹੀ ਲੁਕੋਇਆ ਹੋਇਆ ਹੈ। ਇਹਦੇ ਵਿੱਚੇ ਹੀ ਸਮਾਇਆ ਹੋਇਆ ਹੈ। ਹੁਣ ਕਈ ਲੋਕ ਕਹਿੰਦੇ ਵੀ ਇਹ ਦੁਨੀਆ ਵਿੱਚੋਂ ਰਹਿੰਦਾ ਹੈ ਫਿਰ ਦਿਸਦਾ ਕਿਉਂ ਨਹੀਂ? ਉਹਨੇ ਆਪਣੇ ਉੱਤੇ ਕਿਹੜਾ ਪਰਦਾ ਲਿਆ ਹੋਇਆ ਹੈ? ਭਗਤ ਕਹਿੰਦੇ ਉਹਨੇ ਆਪਣੇ ਉੱਤੇ ਕੋਈ ਪਰਦਾ ਨਹੀਂ ਲਿਆ। ਉਹ ਤਾਂ ਚੌੜੇ ਬਾਜ਼ਾਰ 'ਚ ਰਹਿੰਦਾ, ਪ੍ਰਗਟ ਰਹਿੰਦਾ, ਪ੍ਰਤੱਖ ਰਹਿੰਦਾ। ਸਾਡੀਆਂ ਹੀ ਅੱਖਾਂ ਤੇ ਮਾਇਆ ਦਾ ਪਰਦਾ ਪਾ ਦਿੱਤਾ ਹੈ। ਤੇ ਜਿਨ੍ਹਾਂ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਔਰ ਉਹਨਾਂ ਨੂੰ ਉਹ ਪਰਦਾ ਚੱਕ ਕੇ ਦਰਸ਼ਨ ਵੀ ਦੇ ਦਿੰਦਾ ਹੈ। ਉਹਦੀਆਂ ਅੱਖਾਂ ਦਾ ਪਰਦਾ ਚੱਕ ਦਿੰਦਾ ਹੈ। ਉਹਨੂੰ ਗਿਆਨ ਹੋ ਜਾਂਦਾ ਹੈ, ਉਹਨੂੰ ਸੋਝੀ ਆ ਜਾਂਦੀ ਹੈ, ਸਮਝ ਆ ਜਾਂਦੀ ਹੈ।
ਜਿਵੇਂ ਭਗਤ ਨਾਮਦੇਵ ਜੀ ਦਾ ਅੱਖਾਂ ਦਾ ਪਰਦਾ ਚੱਕਿਆ ਗਿਆ, ਉਹਨਾਂ ਨੂੰ ਸਮਝ ਆਈ। ਜਿਵੇਂ ਗੁਰਬਾਣੀ ਵਿੱਚ ਲਿਖਦੇ ਹਨ, ਜੇ ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸੰਗਲੋ ਮਾਂ ਫਿਰੀ। ਉਹ ਅੱਖਾਂ ਹੋਰ ਹੈ ਜਿਨ੍ਹਾਂ ਦੇ ਨਾਲ ਮੇਰਾ ਮਾਲਕ, ਮੇਰਾ ਪਿਆਰਾ ਦਿਸਦਾ, ਪਰ ਉਹ ਅੱਖਾਂ ਕਿਧਰੋਂ ਹੋਰ ਨਹੀਂ ਲੈਣੀਆਂ ਪੈਂਦੀਆਂ। ਇਹਨਾਂ ਅੱਖਾਂ ਦਾ ਹੀ ਇੱਕ ਦੇਖਣ ਦਾ ਢੰਗ ਹੈ ਜਿਹੜਾ ਗੁਰੂ ਬਦਲ ਦਿੰਦਾ ਹੈ। ਗੁਰੂ ਅੱਖਾਂ ਦੇ ਵਿੱਚ ਐਸਾ ਗਿਆਨ ਦਾ ਸੁਰਮਾ ਪਾਉਂਦਾ ਹੈ ਕਿ ਸਾਡਾ ਵੇਖਣ ਦਾ ਢੰਗ ਬਦਲ ਜਾਂਦਾ ਹੈ। ਜਿਸ ਤਰ੍ਹਾਂ ਕੋਈ ਆਪਣੀਆਂ ਅੱਖਾਂ ਦੇ ਉੱਤੇ ਲਾਲ ਰੰਗ ਦੀ ਐਨਕ ਲਾਵੇਗਾ ਤੇ ਦੁਨੀਆ ਲਾਲ ਦਿਸੇਗੀ, ਹਰੇ ਰੰਗ ਦੀ ਐਨਕ ਲਾ ਲਵੇ ਤੇ ਹਰੀ ਦਿਖਾਈ ਦੇਵੇਗੀ। ਜਿਹੋ ਜਿਹਾ ਮਨੁੱਖ ਦੀ ਸੋਚ ਹੁੰਦੀ ਹੈ, ਦੁਨੀਆ ਨੂੰ ਉਹੇ ਜਿਹੀ ਦਿਖਾਈ ਦਿੰਦੀ ਹੈ। ਪਰ ਜਿਹੜੇ ਗੁਰੂ ਪਿਆਰੇ ਉਸ ਪਰਮੇਸ਼ਰ ਨੂੰ ਦੇਖਣਾ ਚਾਹੁੰਦੇ ਹੈ, ਪਰਮੇਸ਼ਰ ਉਹਨਾਂ ਨੂੰ ਉਹ ਦਿਖਾ ਵੀ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਤੂੰ ਸਭਨਾ ਮਾਹੇ ਸਮਾਇਆ ਤਿਨ ਕਰਤੈ ਆਪ ਲੁਕਾਇਆ। ਕੁਦਰਤ ਕਰਕੇ ਵਸਿਆ ਸੋਏ ਇਹਦੇ ਵਿੱਚ ਲੋਗਿਆ। ਅੱਗੇ ਪਾਤਸ਼ਾਹ ਕਹਿੰਦੇ, ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋਤ ਧਰੀ ਕਰਤਾਰ ਜੀਓ। ਜੋਤ ਭਾਵ ਗਿਆਨ, ਬ੍ਰਹਮ ਗਿਆਨ। ਜੋਤ ਅੱਖਾਂ 'ਚ ਹੁੰਦੀ ਹੈ, ਉਹ ਡਾਕਟਰ ਵੀ ਸਲਾਉਣ ਯੋਗ ਹੈ ਜਿਹੜਾ ਸਾਡੀਆਂ ਅੱਖਾਂ ਦਾ ਜਾਲਾ ਕੱਢ ਦਿੰਦਾ ਹੈ। ਤੇ ਜਿਸ ਦੀਆਂ ਅੱਖਾਂ ਸਾਫ਼ ਕਰਤੀਆਂ ਜਾਲਾ ਕੱਢ ਕੇ, ਉਹ ਵੀ ਕਹਿੰਦਾ ਡਾਕਟਰ ਬੜਾ ਚੰਗਾ ਬਈ, ਮੈਨੂੰ ਹੁਣ ਸੰਸਾਰ ਸਾਫ਼ ਦਿਸਣ ਲੱਗ ਪਿਆ। ਤੇ ਉਸ ਡਾਕਟਰ ਤੋਂ ਵੀ ਚੰਗਾ ਗੁਰੂ ਹੈ ਜਿਹੜਾ ਇਸ ਨੂੰ ਵੇਖਣ ਦਾ ਢੰਗ ਸਿਖਾਉਂਦਾ ਹੈ। ਜੈਸਾ ਵੇਖੈ ਤੈਸਾ ਵੇਖ, ਜਿਹੋ ਜੀ ਅੱਖ ਹੈ ਉਹੋ ਜਿਹਾ ਦਿਸਦਾ ਹੈ। ਇਸੇ ਤਰ੍ਹਾਂ ਹੀ ਗੁਰੂ ਇਸ ਨੂੰ ਦਰਸ਼ਨ ਕਰਾਉਂਦਾ ਹੈ ਉਸ ਪਰਮੇਸ਼ਰ ਦੇ। ਨਦਰ ਕਰੇ ਜਦੋਂ ਉਹ ਕਿਰਪਾ ਕਰਦਾ ਹੈ, ਕਿਰਪਾ ਦ੍ਰਿਸ਼ਟੀ ਕਰਦਾ ਹੈ। ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋਤ ਧਰੀ ਕਰਤਾਰ ਜੀਓ। ਹੁਣ ਇੱਕ ਤਾਂ ਜੋਤ ਸਾਡੇ ਸਾਰਿਆਂ ਵਿੱਚ ਹੀ ਹੈ। ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ। ਉਸ ਦੇ ਕਾਰਨ ਭਾਵ ਇੱਥੇ ਜੋਤ ਤੋਂ ਮਤਲਬ ਅੱਖਾਂ ਦੀ ਲਾਈਟ ਵੀ ਹੈ, ਜੋਤ ਤੋਂ ਭਾਵ ਗਿਆਨ ਵੀ ਹੈ। ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ, ਸਭ ਮਹਿ ਚਾਨਣ ਹੋਏ। ਇੱਥੇ ਚਾਨਣ ਤੋਂ ਭਾਵ ਪਰਮੇਸ਼ਰ ਦਾ ਗਿਆਨ ਹੈ ਜਾਂ ਸੰਸਾਰੀ ਗਿਆਨ ਹੈ। ਜਿਵੇਂ ਕੀੜੀ ਦੇ ਅੰਦਰ ਵੀ ਜੋਤ ਹੈ, ਹਾਥੀ ਅੰਦਰ ਵੀ ਜੋਤ ਹੈ। ਹੁਣ ਇੱਥੇ ਕੇਵਲ ਅੱਖਾਂ ਦੇ ਨਾਲ ਤਲਕ ਨਹੀਂ ਗਾ, ਕੀੜੀ ਦੀ ਸੁੰਘਣ ਸ਼ਕਤੀ ਵਿੱਚ ਹੀ ਉਹ ਜੋਤ ਹੈ। ਔਰ ਉਹਦੇ ਅੰਦਰ ਇਹ ਗਿਆਨ ਹੈ, ਉਹਦੇ ਗਿਆਨ ਇੰਦਰੀਆਂ ਵਿੱਚ ਇਹ ਗਿਆਨ ਹੈ। ਜਦੋਂ ਬਾਰਿਸ਼ ਦਾ ਮੀਂਹ ਆਉਂਦਾ ਹੈ, ਬਾਰਿਸ਼ ਦਾ ਮੌਸਮ ਬਣਦਾ ਹੈ, ਜਦੋਂ ਉਦੋਂ ਉਹਨੂੰ ਇਹ ਗਿਆਨ ਹੋ ਜਾਂਦਾ ਹੈ ਵੀ ਮੇਰੇ ਆਂਡੇ, ਮੇਰੇ ਬੱਚੇ ਖਰਾਬ ਨਾ ਹੋ ਜਾਣ। ਉਹ ਖੱਡ ਵਿੱਚੋਂ ਆਂਡੇ ਬਾਹਰ ਕੱਢ ਲਿਆਉਂਦੀ ਹੈ, ਭਾਵ ਉਹਦੇ ਵਿੱਚ ਵੀ ਜੋਤ ਰੱਖੀ ਹੈ। ਇੱਕ ਚਿੜੀ ਹੈ ਜਾਂ ਕੋਈ ਪੰਛੀ ਹੈ, ਉਸ ਨੂੰ ਵੀ ਇਹ ਜੋਤ ਰੂਪੀ ਗਿਆਨ ਦਿੱਤਾ ਹੈ ਕਿ ਤੇਰਾ ਬੱਚਾ ਜਿਹੜਾ ਉਹ ਹਜੇ ਦਾਣਾ ਚੱਬ ਨਹੀਂ ਸਕਦਾ, ਤੇ ਪੰਛੀ ਆਪ ਦੇ ਮੂੰਹ ਨਾਲ ਦਾਣਾ ਚੱਬ ਕੇ ਉਹਦੇ ਮੂੰਹ ਵਿੱਚ ਤਰਲ ਕਰਕੇ ਬਣਾਉਂਦਾ ਹੈ, ਪਾਉਂਦਾ ਹੈ। ਇਸ ਤਰ੍ਹਾਂ ਜੋਤ ਤੋਂ ਮਤਲਬ ਗਿਆਨ। ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ, ਸਭ ਮਹਿ ਚਾਨਣ ਹੋਏ। ਇਹ ਜੋਤ ਕੀ ਹੈ, ਇਹ ਗਿਆਨ ਕੀ ਹੈ, ਇਹਨੂੰ ਕਿਵੇਂ ਜਾਣਿਆ ਜਾ ਸਕੇ? ਤੇ ਪਾਤਸ਼ਾਹ ਕਹਿੰਦੇ ਗੁਰੂ ਕੋਲ ਬੈਠ ਕੇ ਗੁਰ ਸਾਖੀ ਜੋਤ ਪ੍ਰਗਟ ਹੋਏ। ਜਦੋਂ ਗੁਰੂ ਦੇ ਸਾਖੀ ਬਣਦੇ ਆ, ਸਾਖੀ ਬਣਦੇ ਆ, ਜਦੋਂ ਗੁਰੂ ਦੇ ਕੋਲ ਬੈਠ ਕੇ ਪੁੱਛਦੇ ਹਾਂ, ਫਿਰ ਗੁਰੂ ਦੱਸਦਾ ਵੀ ਇਹ ਜੋਤ ਦਾ ਕੀ ਸਰੂਪ ਹੈ। ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਗੁਰਮੁਖ ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋਤ ਧਰੀ ਕਰਤਾਰ ਜੀਓ, ਜਿਨ੍ਹਾਂ ਨੇ ਅੰਦਰ ਬ੍ਰਹਮ ਗਿਆਨ ਰੱਖ ਦਿੱਤਾ। ਕਬੀਰ ਸਾਹਿਬ ਜੀ ਦੇ ਘਰ ਇੱਕ ਵਾਰ ਜੋ ਉਹਨਾਂ ਨੇ ਬਚਨ ਬਾਣੀ 'ਚ ਲਿਖਿਆ ਹੈ, ਤੇਰੀ ਪੂੰਛ ਢੀ ਉੱਪਰ ਝਮਕ ਬਾਲ,
सुरह की जैसी तेरी चाल, तेरी पूंछ तो ऊपर चमक बाल। इस घर में है सो तू ढूंढ खाए, और किसी के मत ही जाए। चाकी चाटै चूनो खाए, चाकी का चीथरा कहाँ ले जाए। पहला इस दे आपां अर्थ करदे हां, जिवें ਉਹ घटना घटी आ। फिर दूजा अर्थ ਇਹਦਾ ਅਧਿਆਤਮਕ भी है कि कबीर साहब के घर कुत्ता आ गया। और तुहानू पता है जो कुत्ता इस तरह आउंदा किसी के घर, पूरा सचेत होकर निगाह रखता, कोई बंदा तो नहीं आ रहा, कोई घर विच मालक तो नहीं है, और खड़का भी नहीं करता, पैरों को बड़ा बोच बोच रखता है, जिमें हिरन रखता है। जब हिरन तुरदा अपनी मौज में, वो पैर बड़े टिकाव नाल टिकते हैं। उस तरह ही एक कुत्ता आया, हौली हौली पैर धरदा होया। सुर है, सुर देवतियां नूं भी कहंदे आ। अते गुरु प्यारिओ, इस तरह कबीर साहब कह लगे, तेरी चाल बड़ी सोहनी है, तेरी पूंछ हटी ऊपर चमक बाल, तेरी पूंछ ते चमकारे बड़े पैंदे आ। पहुंच गया, दबदे हुए पैरों नाल तुरदा होया ਚੱਕੀ ਕੋਲੇ पहुँच गया। ਚੱਕੀ ਦੇ ਵਿੱਚ ਆਟਾ ਲੱਗਿਆ ਹੋਇਆ ਸੀ, ਉਹਨੂੰ ਚੱਟਣ ਲੱਗਿਆ। कबीर साहब ने उठ के भजाया नहींगा। मनो मनी कह रहे हैं, चाकी चाटा चूनो खाए, चट ला, कोई नहीं आटा भी खा ला। खांदे खांदे उन्हें विचों परोला खिंच लिया। वो लीर जिहदे नाल ਚੱਕੀ ਨੂੰ साफ किया जाता है, तो फिर विच ही दे दी जाती है, नप दी जाती है, उन्होंने परोला कहते हैं। फटे हुए कप्पे नूं आपां चीथड़ा कहने हैं, उन्होंने चीथड़ा कह दिओ। कबीर साहब ने चीथड़ा कहा, पुराना कपड़ा। उन्हें जो परोला विचों खिंचिया, तो कबीर साहब कहते, चाकी का चीथड़ा कहाँ ले जाए। ये ਚੱਕੀ का कपड़ा तो की करेगा। चाकी चाटा है चूनो खाए, चाकी का चीथड़ा कहाँ ले जाए। उन्होंने साफ सुफ करता, खूब जो आटा लगे असी खा गया। फिर आसे पासे निगाह मारी तो उपर ध्यान गया, जिवें आ छत्र साहब दिसदे ने। पिंडां दे विच छाबा रोटियां वाला रस्सियां बन के तहां छतरां टंग दिता जाए, तां कोई जानवर रोटियां खंडिया ना देवे। को सतनाम श्री। फिर उपर निगाह मारदा है भी उत्थे भी है कुछ खाण नूं। छिके पर तेरी बहुत ढीठ, कहते तेरी निगाह छिके ते आ, छाबे ते आ, पिछे भी ख्याल रखी, कोई आके ते डंडा ही ना मारे। को सतनाम श्री, पिछे भी ख्याल रख। छीके पर तेरी बहुत ढीठ, मत लकड़ी सोटा पड़ा तेरी पीठ। इस घर में है सो तो ढूंढ खाए, जो कुछ इत्थे आ खा ला, मैं तेनू रोकदा नहीं। पर किते ऐस रूप च गुआंढियां दे ना वग जी, डंडा मारूगा अगला। को सतनाम भाव विचों तो परमेश्वर नूं देख रहे न, क्योंकि वह सारियां विच है। प्रीतम बचन है, पिछे आपां पढ़िया, तू सबना माहे समाया, तिन करते आप लिखाया। पर अख किसे किसे दी खुली, नानक गुरमुख प्रगट होया, जां को जोत धरी करतार जियो। कबीर साहब नूं दिखाई दे रहा है। और किसी के मत ही जाए, होर ना किसे दे चले जाई, आ रूप दे विच तैनूं मारनगे। ये तां सी ਉਹ ਘਟਨਾ ਜਿਹੜੀ ਘਟੀ ਉਹਨਾਂ ਨੇ ਦੇਖੀ। ਅਧਿਆਤਮਕ ਅਰਥ ਮਨੁੱਖ ਤੇ ਵੀ ਹੈ। ਇਹ ਮਨੁੱਖਾ ਜੀਵਨ ਦੇਵਤਿਆਂ ਵਰਗਾ ਹੈ। ਸੁਰਹ ਕੀ ਜੈਸੀ ਤੇਰੀ ਚਾਲ, ਤੇਰੀ ਚਾਲ ਦੇਵਤਿਆਂ ਵਰਗੀ ਹੋਣੀ ਚਾਹੀਦੀ ਆ। ਔਰ ਗੁਰੂ ਦੇਵਤਾ ਬਣਾਉਂਦਾ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ, ਗੁਰੂ ਕਿਰਪਾ ਕਰਦਾ ਹੈ। ਸੁਰਹ ਕੀ ਜੈਸੀ ਤੇਰੀ ਚਾਲ, ਤੇਰੀ ਪੂੰਛ ਪਿੱਛੇ ਹੁੰਦੀ ਹੈ। ਭਾਵ ਪਿੱਛੋਂ ਤੂੰ ਪਰਮੇਸ਼ਰ ਦੀ ਅੰਸ਼ ਹੈ। ਤੇਰੇ ਜ਼ਿੰਦਗੀ ਦੇ ਵਿੱਚ ਉਹ ਚੀਜ਼ ਕਿਉਂ ਨਹੀਂ ਆ ਰਹੀ। ਤੇਰੀ ਪੂੰਛਟੀ ਉੱਪਰ ਝਮਕਵਾਲ, ਭਾਵ ਚਮਕਾਰੇ ਪੈਂਦੇ ਆ ਤੇਰੀ ਜੋਤ ਦੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇਰੀ ਜੋਤ ਦੇ ਚਮਕਾਰੇ ਪੈਂਦੇ ਸੀਗੇ,
पर हुण इस दे उत्ते पर्दा पै गया। तू अपने आप नूं किसे दा चाचा, किसे दा ताया, किसी दा बाप, किसी दा पुत्र समझी बैठा। असल विच तू जोत है, मन तो जोत स्वरूप है, अपना मूल पछाण। इस करके तेरी पूंछटी ऊपर चमक बाल। इस घर में है सो तू ढूंढ खाए, जो तेरे अपनी बाडी के अंदर है। जो कुछ पाया सो एका वार, जो तेरे आप दी अंदर है तू उसनों क्यों नहीं लभदा। और किसी के मत ही जाए, तू दूजिया ते निगाह को रखी हुई आ। अपने आपे दी खोज कर, बंदे खोज दिल हर रोज, ना फिर परेशानी माहे। इस घर में है सो तो ढूंढ खाहे, और किसी के मत ही जाए। भाव अपना ध्यान दूजिया ते ना ला, अपना ध्यान अपने उत्ते ला। अपने आपे दी खोज कर। इस घर में है सो तो ढूंढ खाए, चाकी चाटा चूनो खाए। भाव ए शरीर दे अंदर रहिंदा होया संसार दी सराह विचों जो तैनू खाण नूं मिलिया खा लै, पर चाकी का चीथड़ा कहाँ ले जाए। ये संसार दा समान तेरे नाल नहीं जाना, ये चीथड़े आ। को सतनाम श्री। भाव ये जिहड़ा शरीर है ये भी इत्थे ही रहना। संसार एक चक्की है, शरीर ये चीथड़े है, ये कपड़े आ। करमी आवे कपड़ा, मनुखा जीवन वड्डे भागां नाल मिलिया। वैसे सूर भी कपड़ा, कुत्ता भी कपड़ा, मझ भी कपड़ा है, सारे 84 लख जूना दे चोले आ। पहनण वाला इन्हां नूं जीव है, जीव ने पहने हुए ने। कबीर साहब जी कहते शरीरां नाल ना जुड़, ਇਹਦੇ अंदर जा, तेरे अंदर बहुत कुछ रखिया होए। चाकी चाटा चूनो खाए, चाकी का चीथड़ा कहाँ ले जाए। ये चक्की दे इस कपड़े नूं, संसार नूं चक्की कहा कबीर साहब ने एक था। कबीर चलती चाकी देख के दिया कबीरा रोए। चलती चाकी देख के दिया कबीरा रोए। दो पाटों के बीच में साबित बचा ना कोई। जब चक्की घुमाने असी दाने पाने आ, ते दोनों पत्थरों के विचाले आके सारे दाने पिसदे जा रहे हैं। कबीर साहब दूर बैठे देख रहे हैं भी आई हाल दुनिया का है। काल की चक्की में जी पिस रहे हैं। बैठे बैठे फुरना आया भी यार कोई बचिया कि नहीं बचिया। उठ के नेड़े आए चक्की दे, माता लोई चक्की घुमा रही होनी है। कबीर साहब बैठे देख रहे हैं, इउं ही भगतां दी अंदरों बाणी फुरदी है, बचन आउंदे आ। संसार नूं देख के बाणी दे नाल उथानका हुंदी है। उथानका दा मतलब हुंदा है ये किहड़ा शब्द कित्थे क्यों रचिया गया, इहदा की कारण बने, उहनूं उथानका कहंदे आ। कबीर साहब उठ के चक्की दे कोल आए, गौर नाल वेखदे है भी इहदे विच दाणे पा जाए न। चक्की घुमाई जा रही है, दाणे खत्म हो रहे, कोई बचिया की। वेखदे है कि चक्की दे विचाले किल्ली हुंदी है लोहे दी, हेठले पुड़ विच फिट कीती हुंदी है पक्की, ते उतला जिहड़ा पुड़ हुंदा है, उतला जिहड़ा पत्थर हुंदा है, उहदे विच इक मास अपना उहदे विचाले एक लक्कड़ लाई हुंदी है, जिस नूं मोरी करके वो लोहे की किल्ली ते रखिया हुंदा है। उतला चक्कर फ्री हुंदा है, उहदे दुआले घुमदा, हेठला जाम हुंदा है। की वेखदे आके कि कुछ दाने बच गए, किहड़े जिहड़े किल्ली दे कोले खड़ गए, किल्ली तो अगे नहीं गए। को सतनाम श्री। इस करके इत्थे किल्ली का मतलब है गुरु का मंत्र। जिहड़े गुरु के शब्द नाल जुड़ गए वो ये चक्की दे विच पिसण तो बच गए, ते बंदे नूं जीव नूं समझाउंदे होए कहंदे हन, चाकी चाटा चोनो खाए, चाकी का चीथड़ा कहाँ ले जाए। छीके पर तेरी बहुत डीठ, छीके तो भाव है संसार का समान। जदों असीं दूसरियां दे समान ते निगाह मारदे हां, ये भी साडा हो जे, ये भी साडा हो जे। परमेश्वर कहंदे भलिया तू आप दा ख्याल कर ला, संसार दा ख्याल छड्ड के मत तेरे जमा का डंडा वजे आके, भाव मौत का समा आ जावे ते तैनू इत्थों अगले लै जाण। उस तो पहला पहला आपदा काम कर लै। तू तां देवतियां वर्गा सीगा,
ਪਰ ਮਾਤਲੁਕ ਵਿੱਚ ਆ ਕੇ ਤੂੰ ਇੱਕ ਮੰਗਤਾ ਬਣ ਗਿਆ ਹੈ। ਜਿਸ ਤਰ੍ਹਾਂ ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਛੜੇ ਦੁਖ ਪਾਇਆ, ਸੋ ਗਤ ਭਈ ਹਮਾਰੀ। ਗੁਰ ਨਾਨਕ ਗੁਰਮੁਖ ਪ੍ਰਗਟ ਹੋਇਆ, ਜਾ ਕੋ ਜੋਤ ਧਰੀ ਕਰਤਾਰ ਜੀਓ। ਆਪੇ ਖਸਮ ਨਿਵਾਜਿਆ, ਕਿਸੇ ਕਿਸੇ ਨੂੰ ਮਨੁੱਖ ਤਾਂ ਬਹੁਤ ਬਣਾਏ ਨੇ, ਔਰ ਬਹੁਤੇ ਤਾਂ ਆਪਣੇ ਕੀਤੇ ਹੋਏ ਕਰਮਾਂ ਦੇ ਫਲਾਂ ਨੂੰ ਭੋਗਣ ਵਾਸਤੇ ਆਏ ਨੇ। ਔਰ ਗੁਰੂ ਪਿਆਰਿਓ, ਕਿਸੇ ਕਿਸੇ ਤੇ ਕਿਰਪਾ ਹੋਈ, ਉਹਨਾਂ ਨੂੰ ਗਿਆਨ ਹੋਇਆ, ਸੋਝੀ ਆਈ, ਉਹ ਗੁਰੂ ਦੇ ਕੋਲ ਪਹੁੰਚੇ ਤੇ ਗੁਰੂ ਨੇ ਉਹਨਾਂ ਨੂੰ ਨਿਵਾਜਿਆ, ਆਪਣੇ ਨਾਲ ਜੋੜਨਾ ਕੀਤਾ। ਜੀਓ ਪਿੰਡ ਦੇ ਸਾਜਿਆ। ਵੈਸੇ ਤਾਂ ਸਾਰੇ ਜੀਵਾਂ ਨੂੰ ਪਰਮੇਸ਼ਰ ਨੇ ਮਨੁੱਖਾ ਜਨਮ ਦਿੱਤਾ, ਪਰ ਇਹਨਾਂ ਵਿੱਚੋਂ ਜਿਵੇਂ 80,000 ਦੇ ਇਕੱਠ ਚੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਵਾਜ਼ ਦਿੱਤੀ, ਇੱਕ ਸੀਸ ਚਾਹੀਦਾ, ਇੱਕ ਸਿਰ ਚਾਹੀਦਾ, ਤੇ ਵਾਰੀ ਵਾਰੀ 5 ਪਿਆਰੇ ਉੱਠ ਕੇ ਆਏ ਤੇ ਫਿਰ ਉਹਨਾਂ ਨੂੰ ਨਿਵਾਜਿਆ। 5 ਨੇ ਸੀਸ ਪੇਸ਼ ਕੀਤਾ ਆਪਣਾ, ਤੇ ਸਤਿਗੁਰਾਂ ਨੇ ਉਹਨਾਂ ਤੇ ਕਿਰਪਾ ਕੀਤੀ, ਉਹਨਾਂ ਨੂੰ ਨਿਵਾਜਿਆ। ਜਿੱਥੇ ਪਰਮੇਸ਼ਰ ਰੂਪ ਦੇ ਵਿੱਚ ਸਰੀਰ ਦਿੱਤਾ ਸੀ ਜੀਵ ਨੂੰ, ਹੁਣ ਗੁਰੂ ਸਾਹਿਬ ਨੇ ਉਹਨਾਂ ਨੂੰ ਹੋਰ ਸਤਿਕਾਰ ਦਿੱਤਾ। ਜੀਓ ਪਿੰਡ ਦੇ ਸਾਜਿਆ, ਆਪਣੇ ਸੇਵਕ ਕੀ ਪੈਜ ਰੱਖੀ ਆ। ਫਿਰ ਆਪਣੇ ਸੇਵਕਾਂ ਦੀ ਲਾਜ ਰੱਖਦਾ, ਦੋਏ ਕਰ ਮਸਤਕ ਧਾਰ ਜੀਓ। ਇੱਕ ਹੋਰ ਮੇਰੇ ਵਿਚਾਰ ਸਾਂਝੀ ਕਰਨ ਵਾਲੀ ਯਾਦ ਆ ਗਈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਵਾਰੀ ਮਸੰਦਾਂ ਦੀ ਡਿਊਟੀ ਲਾ ਦਿੱਤੀ। ਜਿਵੇਂ 22 ਪੀੜ੍ਹੀਆਂ 22 ਮੰਜੀਆਂ ਥਾਪੀਆਂ ਸਨ, 22 ਮਸੰਦ ਤੀਜੇ ਪਾਤਸ਼ਾਹ ਜੀ ਨੇ ਥਾਪੇ ਸਨ। ਅਲੱਗ-ਅਲੱਗ ਸੂਬਿਆਂ ਵਿੱਚ ਜਾ ਕੇ ਪ੍ਰਚਾਰ ਕਰਦੇ ਸਨ। ਇਹ ਸਾਰੇ ਮਸੰਦਾਂ ਨੇ ਆ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਤੇ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੇ ਸਭ ਨੂੰ ਆਪਣੇ ਕੋਲ ਬੁਲਾਇਆ, ਡਿਊਟੀ ਲਾਈ, ਬਈ ਤੂੰ ਜਾ ਕਰਕੇ ਤੁਸੀਂ ਪ੍ਰਚਾਰ ਕਰੋ ਔਰ ਲੋਕਾਂ ਨੂੰ ਦਸਮਾਂ ਦਸੌਂਦ ਕੱਢ ਦੀ ਪਿਰਤ ਪਾਓ, ਕਿਉਂਕਿ ਜਦੋਂ ਅਸੀਂ ਬੀਜ ਬੀਜਾਂਗੇ ਤੇ ਉਹਦਾ ਫਲ ਸਾਨੂੰ ਡਬਲ ਹੋ ਕੇ ਪ੍ਰਾਪਤ ਹੁੰਦਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਜਦੋਂ ਉਹਨਾਂ ਮਸੰਦਾਂ ਨੇ ਜਾ ਕੇ ਇਲਾਕਿਆਂ ਵਿੱਚ ਪ੍ਰਚਾਰ ਕੀਤਾ, ਬਈ ਗੁਰੂ ਸਾਹਿਬ ਦਾ ਹੁਕਮਨਾਮਾ ਸੁਣ ਲਓ, ਦਸਮਾਂ ਦਸੌਂਦ ਕੱਢਿਆ ਕਰੋ, ਔਰ ਤੁਸੀਂ ਆਪਣਾ ਜੋ ਵੀ ਦਸਮਾਂ ਦਸੌਂਦ ਕੱਢਣਾ ਉਹ ਲਿਆ ਕੇ ਸਾਨੂੰ ਜਮ੍ਹਾਂ ਕਰਾਓ। ਸਾਰੇ ਪਿੰਡਾਂ ਵਿੱਚ ਜਾ ਕੇ ਮਸੰਦ ਹੋਕਾ ਦਿੰਦੇ ਆ। ਕਸ਼ਮੀਰ ਦਾ ਮਸੰਦ ਹੈ ਸੌਣਮਲ, ਉਹਨੇ ਉੱਥੇ ਜਾ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ, ਬਈ ਤੁਸੀਂ ਜਿਹੜਾ ਹੈ ਦਸਮਾਂ ਦਸੌਂਦ ਕੱਢ ਕੇ ਲਿਆਓ ਔਰ ਉਹ ਲਿਆ ਕਰਕੇ ਜਮ੍ਹਾਂ ਕਰਾਓ, ਨਾਮ ਲਿਖਾਓ ਲਿਸਟ ਵਿੱਚ। ਜਿਨ੍ਹਾਂ ਜਿਨ੍ਹਾਂ ਦੇ ਨਾਮ ਲਿਖੇ ਜਾਣਗੇ, ਇਹ ਸਾਰੇ ਨਾਮ ਭਾਈ ਗੁਰਦਾਸ ਜੀ ਪੜ੍ਹ ਕਰਕੇ ਸੁਣਾਉਣਗੇ ਤੇ ਬਾਬਾ ਬੁੱਢਾ ਜੀ ਅਰਦਾਸ ਕਰਨਗੇ ਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿਣਗੇ ਨਿਹਾਲ, ਤੇ ਉਹਨਾਂ ਦੇ ਨਿਹਾਲ ਕਹਿੰਦਿਆਂ ਹੀ ਤੁਸੀਂ ਤਰ ਜਾਣਾ। ਉਹ ਸਿੱਖ ਨੇ ਪ੍ਰਚਾਰ ਵੀ ਕੀਤਾ, ਕਈ ਦਿਨ ਕਥਾ ਵਾਰਤਾ ਵੀ ਸੁਣਾਈ ਉੱਥੇ ਬੈਠ ਕੇ, ਔਰ ਸੰਗਤ ਨੂੰ ਫਿਰ ਇਹ ਸੰਬੋਧਨ ਵੀ ਕਰਨਾ ਵੀ ਇਹ ਹੁਕਮਨਾਮਾ ਗੁਰੂ ਅਰਜਨ ਦੇਵ ਜੀ ਦਾ ਆਇਆ। ਔਰ ਜਿਵੇਂ ਜਿਵੇਂ ਪਿੰਡ ਵਾਲੇ ਸੁਣਦੇ ਆ, ਤਿਵੇਂ ਤਿਵੇਂ ਗੁਰੂ ਪਿਆਰਿਓ ਉਹ ਲਿਆ ਲਿਆ ਕੇ ਦਸਮਾਂ ਦਸੌਂਦ ਆਪਣਾ ਇਕੱਠਾ ਕਰਕੇ ਫੜਾ ਰਹੇ ਨੇ ਔਰ ਆਪਣਾ ਨਾਂ ਲਿਖਾਉਂਦੇ ਜਾ ਰਹੇ ਆ। ਤੇ ਪਿੰਡ ਵਿੱਚ ਇੱਕ ਮਾਤਾ ਰਹਿੰਦੀ ਆ, 60-65 ਸਾਲ ਦੀ ਉਮਰ ਹੈ, ਔਰ ਮਾਈ ਸਮੋ ਉਸ ਦਾ ਨਾਮ ਹੈ। ਘਰ ਦੇ ਵਿੱਚ ਬੜੀ ਗਰੀਬੀ ਆ, ਸਿਰ ਤੇ ਪਤੀ ਵੀ ਨਹੀਂ ਹੈ, ਕੋਈ ਪੁੱਤਰ ਵੀ ਨਹੀਂ ਹੈ, ਇਕੱਲੀ ਰਹਿੰਦੀ ਹੈ। ਪਿੰਡ ਵਿੱਚ ਉਹਦਾ ਗੁਜ਼ਾਰਾ ਚੱਲਦਾ, ਨਗਰ ਨਿਵਾਸੀ ਉਸ ਨੂੰ ਸਹਾਇਤਾ ਮਦਦ ਕਰਦੇ ਆ। ਹੁਣ ਉਹ ਵੀ ਆਪਣਾ ਨਾਮ ਲਿਸਟ ਤੇ ਲਿਖਾਉਣ ਵਾਸਤੇ ਪਹੁੰਚੀ, ਬਈ ਮੇਰਾ ਵੀ ਨਾਮ ਲਿਖੋ ਜੀ। ਜਦ ਗਈ ਸੌਣਮਲ ਦੇ ਕੋਲ, ਮਸੰਦ ਕੋਲ, ਉਹ ਕਹਿਣ ਲੱਗੇ ਮਾਤਾ ਤੂੰ ਕੀ ਲੈ ਕੇ ਆਈ ਆ, ਲਿਆ ਭੇਟਾ। ਕਹਿੰਦੀ ਭੇਟਾ ਤਾਂ ਮੇਰੇ ਕੋਲ ਕੋਈ ਹੈ ਨਹੀਂ।
ਉਹ ਕਹਿੰਦੇ ਫਿਰ ਐਂ ਨਹੀਂ ਨਾਂ ਲਿਖਿਆ ਜਾਣਾ। ਇਹਨੂੰ ਕਹੋ ਹੌਲੀ ਬੋਲੇ। ਇੱਦਾਂ ਨਹੀਂ ਲਿਖਿਆ ਜਾਣਾ ਤੇਰਾ ਨਾਮ ਭੇਟਾ ਤੋਂ ਬਗੈਰ। ਪਹਿਲਾਂ ਭੇਟਾ ਦੇ ਕੋਈ ਲਿਆ ਕੇ। ਉਹ ਕਹਿੰਦੀ ਭੇਟਾ ਤਾਂ ਭਾਈ ਮੇਰੇ ਕੋਲ ਕੋਈ ਹੈ ਨਹੀਂ। ਤੇ ਸੌਣ ਮੱਲ ਕਹਿਣ ਲੱਗਿਆ ਫਿਰ ਇੱਦਾਂ ਨਾਮ ਨਹੀਂ ਲਿਖਿਆ ਜਾਂਦਾ। ਉਹ ਵਾਪਸ ਆ ਗਈ ਵੀ ਸਾਰੇ ਕਸ਼ਮੀਰ ਦੇ ਲੋਕ ਨਾਮ ਲਿਖਾ ਰਹੇ ਨੇ, ਮੇਰਾ ਕੋਈ ਆਸਰਾ ਨਹੀਂ ਹੈ, ਸਹਾਰਾ ਨਹੀਂ ਹੈ, ਮੈਂ ਕੀ ਦੇਵਾਂ, ਮੇਰੇ ਕੋਲ ਕੋਈ ਨਹੀਂ ਹੈ ਚੀਜ਼, ਮੈਂ ਕਿਵੇਂ ਆਪਣਾ ਨਾਮ ਲਿਖਾਵਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਜਦ ਨਿਹਾਲ ਕਹਿਣਗੇ ਮੈਂ ਇਕੱਲੀ ਰਹਿ ਜਾਵਾਂਗੀ, ਸਾਰੇ ਤਰ ਜਾਣਗੇ। ਇਹ ਰੋਈ ਜਾਂਦੀ ਹੈ। ਥੋੜ੍ਹੀ ਦੂਰ ਜਾ ਕੇ ਨਾ ਬੈਠ ਗਈ ਕਿਸੇ ਦਰੱਖਤ ਥੱਲੇ ਤੇ ਰੋਈ ਜਾਂਦੀ ਹੈ ਬੈਠੀ। ਕਹਿੰਦੇ ਕਿਸੇ ਰਾਹੀ ਜਾਂਦੇ ਗੁਰਸਿੱਖ ਨੇ ਦੇਖਿਆ, ਪੁੱਛਿਆ ਮਾਤਾ ਰੋ ਕਿਉਂ ਰਹੀ ਆ? ਕਹਿੰਦੀ ਪੁੱਤ ਗੱਲ ਆਏ ਆ ਵੀ ਹੁਕਮਨਾਮਾ ਗੁਰੂ ਅਰਜਨ ਦੇਵ ਜੀ ਕੋਲੋਂ ਆਇਆ ਵੀ ਦਸਵਾਂ ਦਸੌਂਧ ਕੱਢਣ ਦਾ, ਪਰ ਮੈਂ ਕਾਹਦਾ ਕੱਢਾਂ? ਨਾ ਮੇਰੇ ਸਿਰ ਤੇ ਪਤੀ ਹੈ ਨਾ ਪੁੱਤਰ ਹੈ, ਮੈਂ ਕਿੱਥੋਂ ਦੇਵਾਂ? ਤੇ ਉਹ ਮਸੰਦ ਕਹਿੰਦਾ ਵੀ ਕੁਛ ਦਿੱਤੇ ਬਿਨਾਂ ਨਾਂ ਨਹੀਂ ਲਿਖਿਆ ਜਾਣਾ। ਚਾਹੇ ਕੋਈ ਦਸੀ ਦੇਵੇ, ਦੁੱਕੀ ਦੇਵੇ, ਆਨਾ ਦੇਵੇ, ਕੋਈ ਜਿਣਸ ਚੌਲ ਦੇਵੇ, ਜੌਂ ਦੇਵੇ, ਖੰਡ ਦੇਵੇ, ਚਾਹ ਦੇਵੇ, ਆਟਾ ਦੇਵੇ, ਕੁਛ ਵੀ ਲੈ ਕੇ ਆਵੇ, ਲੰਗਰ 'ਚ ਕੁਛ ਪਾਵੇ ਤਾਂ ਨਾਂ ਲਿਖਿਆ ਜਾ ਸਕਦਾ। ਉਹ ਕਹਿਣ ਲੱਗੇ ਮਾਤਾ ਫਿਰ ਇਹ ਕੀ ਖਾਸ ਗੱਲ ਹੈ? ਮੈਨੂੰ ਪਤਾ ਤੂੰ ਕੰਮ ਤਾਂ ਨਹੀਂ ਕਰ ਸਕਦੀ, ਪਰ ਤੂੰ ਇੱਕ ਦਿਨ ਵਾਸਤੇ ਕਿਸੇ ਘਰ ਦੇ ਵਿੱਚ ਜਾ ਕੇ ਦਿਹਾੜੀ ਕਰ ਲੈ। ਉਹ ਕਹਿਣ ਲੱਗੀ ਫਿਰ? ਕਹਿੰਦੇ ਸਾਰਾ ਦਿਨ ਉਹਦਾ ਜੋ ਵੀ ਕੰਮ ਕਹੇਗਾ ਤੂੰ ਕਰੀ ਆਪਣੇ ਹੱਥਾਂ ਨਾਲ, ਔਰ ਫਿਰ ਆਥਣੇ ਜਿਹੜੇ ਤੈਨੂੰ ਪੈਸੇ ਦੇਵੇਗਾ ਜਾਂ ਜੋ ਵੀ ਦੇਵੇਗਾ ਦਿਹਾੜੀ ਦੇ ਰੂਪ 'ਚ ਤੈਨੂੰ ਉਹ ਲਿਆ ਕੇ ਤੂੰ ਜਮ੍ਹਾਂ ਕਰਾ ਲਈ ਤੇ ਆਪਣਾ ਨਾਮ ਲਿਖਾ ਦੀ। ਕਹਿੰਦੀ ਠੀਕ ਆ। ਉਹ ਪਿੰਡ ਵਿੱਚ ਗਈ ਕਿਸੇ ਸੇਠ ਦੇ ਘਰ ਜਾ ਕਹਿਣ ਲੱਗੀ ਵੀਰੇ ਗੱਲ ਆਏ ਆ ਵੀ ਮੈਨੂੰ ਇੱਕ ਦਿਨ ਵਾਸਤੇ ਦਿਹਾੜੀ ਤੇ ਰੱਖ ਲਾ, ਨੌਕਰੀ ਤੇ ਰੱਖ ਲਾ। ਉਹ ਕਹਿੰਦਾ ਬੇਬੇ ਤੈਨੂੰ ਕੀ ਲੋੜ ਪੈ ਗਈ ਦਿਹਾੜੀ ਕਰਨ ਦੀ? ਕਹਿੰਦੇ ਵੇਖ ਪੁੱਤਰਾ ਮੈਂ ਤੇਰਾ ਜੋ ਕੰਮ ਕਹੇਗਾ ਕਰੂੰਗੀ, ਤੇ ਆਥਣੇ ਜਿਹੜੀ ਮੇਰੀ ਮਿਹਨਤ ਮਜ਼ਦੂਰੀ ਹੋਈ ਮੇਰੀ ਝੋਲੀ ਪਾ ਦੀ, ਔਰ ਮੈਂ ਜਾ ਕੇ ਉਹ ਜਮ੍ਹਾਂ ਕਰਾ ਕੇ ਆਪਣਾ ਨਾਂ ਲਿਖਾਉਣਾ ਲਿਸਟ 'ਚ। ਉਹ ਕਹਿੰਦਾ ਮੈਥੋਂ ਉੱਦਾਂ ਹੀ ਪੈਸੇ ਲੈ ਜਾ। ਕਹਿੰਦੀ ਇਹ ਨਹੀਂ ਲੈ ਕੇ ਜਾਣੇ, ਇਹ ਪ੍ਰਵਾਨ ਨਹੀਂ ਹੋਣੇ। ਜਿਹੜੀ ਹੱਥੀਂ ਮਿਹਨਤ ਕੀਤੀ ਹੋਵੇਗੀ ਉਹੀ ਪ੍ਰਵਾਨ ਹੋਣੀ ਆ। ਉਹ ਕਹਿਣ ਲੱਗਿਆ ਜੇ ਬੇਬੇ ਮੈਂ ਤੈਨੂੰ ਦਿਹਾੜੀ ਤੇ ਕੰਮ ਕਰਾਵਾਂ ਤੇ ਫਿਰ ਮੈਂ ਤੇਰੇ ਕੋਲੋਂ ਪੂਰਾ ਕੰਮ ਲਵਾਂਗਾ। ਕਹਿੰਦੀ ਭਾਵੇਂ ਜੋ ਮਰਜ਼ੀ ਕੰਮ ਲੈ ਲਈ, ਪਰ ਮੈਨੂੰ ਇੱਕ ਦਿਨ ਦਿਹਾੜੀ ਤੇ ਰੱਖ ਲੈ। ਉਹ ਕਹਿਣ ਲੱਗਿਆ ਚੰਗਾ ਫਿਰ ਆਏ ਘਰ। ਅੱਜ ਕੱਲ੍ਹ ਤਾਂ ਮਸ਼ੀਨਾਂ ਚੱਲ ਪਈਆਂ, ਪਹਿਲਾਂ ਲੋਕ ਉਖਲੀ ਵੀ ਚੌਲਾਂ ਨੂੰ ਕੁੱਟ ਕੇ ਸਾਫ਼ ਕਰਿਆ ਕਰਦੇ ਸੀ ਉਹਨਾਂ ਦੇ ਉੱਤੋਂ ਛਿਲਕਾ ਲਾਉਣ ਵਾਸਤੇ। ਉਹਨੂੰ ਟੋਕਰਾ ਚੌਲਾਂ ਦਾ ਭਾਵ ਜੀਰੀ ਦਾ ਫੜਾਤਾ। ਕਹਿੰਦੇ ਉਹ ਮੂਹਲੀ ਤੇ ਉਖਲੀ ਪਈ ਆ, ਇਹ ਚੌਲਾਂ ਨੂੰ ਕੁੱਟ ਕੇ ਸਾਫ਼ ਕਰ ਦੇ। ਹੱਥ ਨੇ ਜਾਂਦੀ ਦਿਹਾੜੀ ਲੈ ਜਾਈ ਆਪਦੀ। ਉਸ ਨੇ ਉਹ ਟੋਕਰਾ ਕੋਲ ਰੱਖਿਆ, ਜੀਰੀ ਦਾ ਭਰਿਆ, ਉਖਲੀ ਵਿੱਚ ਪਾ ਪਾ ਕੇ ਮੂੰਗਲੀ ਨਾਲ ਕੁੱਟਣੇ ਸ਼ੁਰੂ ਕੀਤੇ। ਕੁੱਟ ਕੱਟ ਕੇ ਉਹਨਾਂ ਨੂੰ ਛੱਜ ਨਾਲ ਛੰਡਿਆ, ਚਿੱਟੇ ਚੌਲ ਪਾਸੇ ਕਰਤੇ, ਛਿੱਲ ਪਾਸੇ ਕਰਤੀ। ਭਾਵੇਂ ਕਿ ਇਸ ਦੇ ਦੌਰਾਨ ਉਹਦੇ ਹੱਥਾਂ ਤੇ ਛਾਲੇ ਪੈ ਗਏ। ਇੱਕ ਤਾਂ ਸਰੀਰ ਕਮਜ਼ੋਰ ਹੋ ਗਿਆ ਸੀ, ਪਤਲਾ ਸੀ, ਮਾਸ ਹੱਥਾਂ ਦਾ, ਛਾਲੇ ਪੈ ਗਏ, ਛਾਲੇ ਫੁੱਟ ਵੀ ਗਏ, ਪਰ ਉਸੇ ਤਰ੍ਹਾਂ ਮਿਹਨਤ ਕਰਦੀ ਰਹੀ। ਦਿਨ ਛਿਪਿਆ, ਚੌਲ ਸਾਫ਼ ਕਰਕੇ ਰੱਖਤੇ। ਕਹਿੰਦੇ ਲੈ ਭਾਈ ਆ ਲੈ ਤੇਰੇ ਚੌਲ ਸਾਫ਼ ਕਰਤੇ, ਹੁਣ ਮੇਰੀ ਮਿਹਨਤ ਦੇ। ਔਰ ਉਸ ਸੇਠ ਨੇ ਉਹਨਾਂ ਚੌਲਾਂ ਵਿੱਚੋਂ ਹੀ ਇੱਕ ਬੁੱਕ ਚੌਲਾਂ ਦਾ ਭਰ ਕੇ ਉਹਦੀ ਝੋਲੀ ਪਾਤਾ। ਕਹਿੰਦੇ ਆ ਲੈ ਜਾ। ਉਹਨੇ ਉਹ ਝੋਲੀ ਦੇ ਵਿੱਚ ਬੁੱਕ ਪਵਾਇਆ ਚੌਲਾਂ ਦਾ। ਹੁਣ ਕਰਦੀ ਕਰਦੀ ਸ਼ਾਮਾਂ ਪੈ ਗਈਆਂ, ਰਹਿ ਰਸ ਦਾ ਟਾਈਮ ਹੋ ਗਿਆ। ਤੇ ਰਹਿ ਰਸ ਦੇ ਟਾਈਮ ਤੇ ਜਦੋਂ ਪਹੁੰਚੀ ਲੈ ਕੇ ਚੌਲ, ਤਾਂ ਕਹਿੰਦੀ ਲੈ ਭਾਈ ਆ ਮੇਰਾ ਨਾਂ ਲਿਖ ਦੇ। ਉਹ ਅੱਗੋਂ ਰਹਿ ਰਸ ਕਰੀ ਜਾਂਦਾ ਸੀ, ਉਹ ਗੁੱਸੇ 'ਚ ਬੋਲਿਆ। ਕਹਿੰਦਾ ਵਗ ਜਾ ਬੇਬੇ, ਮੈਂ ਪਾਠ ਕਰੀ ਜਾਂਦਾ ਪਤਾ ਨਹੀਂ ਲੱਗਦਾ। ਨਾਲੇ ਗੁਰੂ ਰਾਮਦਾਸ ਤੇਰੀ ਆ ਬੁੱਕ ਚੌਲਾਂ ਦਾ ਭੁੱਖਾ ਨਹੀਂ ਹੈਗਾ। ਉਹਦਾ ਹਿਸਾਬ ਸੀ ਕੋਈ ਬੋਰੀ ਲਿਆਵੇ, ਗੱਟਾ ਭਰ ਕੇ ਲਿਆਵੇ, ਉਹ ਬੁੱਕ ਲਿਆਈ ਵਿਚਾਰੀ। ਜਿਵੇਂ ਭਗਤ ਰਵਿਦਾਸ ਜੀ ਨੇ ਇੱਕ ਟਕਾ ਭੇਜਿਆ ਸੀਗਾ ਬਈ ਉਸ ਨੂੰ ਕਹਿ ਦਿਓ ਬਾਂਹ ਕੱਢ ਕੇ ਫੜ ਲੈ, ਨਹੀਂ ਤਾਂ ਨਾ ਸਿੱਟਿਓ ਵਿੱਚ ਨਦੀ ਦੇ, ਕਹੋ ਸਤਨਾਮ ਸ੍ਰੀ। ਇਹ ਗਰੀਬਣੀ ਇੱਕ ਚੌਲਾਂ ਦਾ ਬੁੱਕ ਮਸਾ ਸਾਰਾ ਦਿਨ ਮਿਹਨਤ ਕਰਕੇ ਤਿਆਰ ਕਰਕੇ ਲਿਆਈ। ਉਹਨੇ ਅੱਗੋਂ ਝਿੜਕ ਦਿੱਤਾ
ਤੇ ਨਾਲੇ कहता गुरु रामदास तेरे इन्ना बुक चौलों का भुखा नहीं जा वग जा इतों। तो गुरु प्यारे वो माता फिर परेशान हो गई भी आह की गल बनी। मैं बड़ी आस लैके आई सी गुरु दर दे उत्ते नाम लिखाण, मेरा तो नाम ही लिस्ट में लिखिया नहीं गया। फिर मोड़ता मैनू तो उस तरह झोली दे विच चौल है तो जाके बाहर निकली तो दूर जाके बह के फिर रोन लगी। फिर कहते उही गुरसिख टकरिया, कह लगे बेबे हुण की हो गया, हुण क्यों रोई जानी है। कहनी पुत पति का मैं दुख झल्लिया, मेरे सिर तो पहला उठ गया, बच्चा भी कोई नहीं, वो भी दुख मैं झल लिया, पर अज मैनू गुरु घर दे विचों फटकार पै गई, मेरा नाम नहीं लिखिया गया लिस्ट विच। मैं अज लिखाउण गई सी, देख मैं चौल मसां आथन तक तैयार करके लियाले। जब मैं लिखाउण वास्ते गई तो वह मसंद मैनू लड़ पिया, कहना ते रामदास पातशाह तेरे बुक चौलों का भुखा नहीं हैगा, जब वग जा मैं पाठ करी जाना हजे। पुत बंदे नू सारे दुख झले जा सकते हैं, पर गुरु तो जिहड़ा विछोड़ा वो नहीं झलिया जा सकता। दस हुण मैं की करा। कह लग्या भलीए मानसे बेबे, गुरु अपना जानी जान है, जे तेनू मसंद ने कहता नहीं परवान तो तू जाके चौल वो ढेर के उत्ते खंडिया दे। वो ढेर पिया ना, एक पासे चौलों का, एक पासे कणक का, आटे का, राशन के ढेर लगे पे न। तू चुप करके चौल वे सट के जा, आपे गुरु जानी जान। अपने सेवक की पैज रखी है। मैं गल करदा इस विषय ते किवें अपने सेवकां दी लाज रखदा गुरु। कहंदे जिस वेले ये माता नूं उसने इदां कहा, कहन लगी ठीक आ। उन्हें जाके चौल चौलों के ढेर में सिट दिते, विच मिक्स करते सारे। पर उहदे मन विच एक दर्द रहा भी यार मेरा नाम लिस्ट उत्ते क्यों नहीं लिखिया गया। जदों भाई गुरदास लिस्ट पढ़ के सुनाउणगे ते उस तो बाद बाबा बुढ़ा जी अरदास करनगे ते गुरु अर्जन देव जी निहाल निहाल कहणगे ते मैं तां रह जाना, मेरा नाम ही नहीं विच लिखिया। इसे तरह गुरु प्यारिओ सारे बाई दे बाई मसंदा ने प्रचार किया, ते जो संगतां ने दसमां सौंद राशन आदि कढ़ के लियाउणा कीता गड्डियां ते लद के, ये सारा लिआंदा ते लिस्टां सारियां सतगुरु अर्जन देव जी कोल आ गईयां। हुण वारी वारी भाई गुरदास जी लिस्टां पढ़ पढ़ के सुणाउंदे है ते माता भी नाल पहुँच गई किसी तरह। उत्थे कुड़ी दी हजूरी च संगत विच बैठी आ, होर भी संगतां बहुत आउंदियां जथियां दे रूप च। ते अरदास दा दिन आ गया, रोज़ अरदास होण लगी। हुण कदे पंजाब वालियां दी, कदे हरियाणे वालियां दी, इस तरह गुरु प्यारो सारे सूबियां दे लोकां दी सारे मसंदां दीयां लिस्टां पढ़ के सुणाउंदे आ भाई गुरदास। गुरु साहब कहंदे आ निहाल निहाल, सब दा उधार हो जांदा है। बेबे कश्मीर वाली जिस दा नाम है माई सम्मो, तो वह गुरु प्यारे उड़ीक रही है भी साडी अरदास किद्दे होनी है। पर होनी है आपां नूं की, मेरा तो विच नाम ही नहीं हैगा, मेरा किहड़ा नाम लेना किसी ने। कहो नानक सब तेरी वडियाई, कोई नाम न जाना मेरा। पर बेबे नूं ख्याल सी कि लिस्ट विच नाम होना चाहिए। अज कश्मीर वालियां दी वारी आई ते माता दे कन खड़े है भी किहदा नाम लैंदे आ। जदों भाई गुरदास जी कहते उठ के लिस्ट पढ़न लगे तो दो चार नाम पढ़े तो गुरु अर्जन देव जी कहते ठहरो, ये लिस्ट नहीं पढ़नी, अज नहीं अरदास होनी, ये लिस्ट विच नाम है नहीं किसी का, ये अधूरी है लिस्ट। भाई गुरदास जी चुप कर गए। बाबा बुढ़ा जी कहते महाराज अधूरी क्यों है? कहते ये नाम ही नहीं हैगे पूरे। कित्थे है इधरला मसंद? सौण वाल खड़ा करे। सौण वाल खड़ा हो गया, सामने खड़ा हथ बन के, महाराज गल की होगी? कहते लिस्ट अधूरी आ। नहीं महाराज ऐसी कोई गल नहीं, जिन्ना जिन्ना ने समान दिता मैं सारा लिखिया, किसी का कोई चुराया नहीं, रखिया नहीं, किसी का नाम नहीं छड्डिया मैं। कहते अधूरी है लिस्ट हजे। ते गुरु अर्जन देव जी आसन तो उठे, रस्ते विच दी सारे ए मनुखां वाले पासे पहला निगाह मारदे आ, लंघदे लंघदे लंगर वाल चले गए।
ਔਰ ਲੰਗਰ ਵੱਲੋਂ ਇੱਕ ਬੀਬੀ ਆ ਰਹੀ ਆ, ਲੰਗਰ ਛਕ ਕੇ ਰੌਲਾ ਪਾਉਂਦੀ ਆਉਂਦੀ ਆ, ਮੈਨੂੰ ਗੁਰੂ ਨਾਨਕ ਦੇ ਦਰਸ਼ਨ ਹੋ ਗਏ, ਮੈਨੂੰ ਚਮਕਾਰੇ ਪੈਂਦੇ ਆ, ਝਲਕਾਰੇ ਪੈਂਦੇ ਆ। ਇੱਕ ਬਚਨ ਹੈ ਕਿਣਕਾ। ਅਸੀਂ ਕਿਣਕੇ ਦੇ ਅਜੇ ਪੂਰੇ ਅਰਥ ਨਹੀਂ ਸਮਝੇ, ਅੱਜ ਸਮਝ ਆਊਗੀ ਕਿਣਕਾ ਕੀ ਚੀਜ਼ ਹੈ। ਕਹੋ ਸਤਨਾਮ ਸੀ। ਕਿਣਕਾ ਏਕ ਜੇ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਕਿਣਕੇ ਦੀ ਗੱਲ ਵੀ ਇਸ ਸਾਖੀ 'ਚੋਂ ਸਮਝ ਆ ਜਾਣੀ ਆ। ਤਾਂ ਗੁਰੂ ਪਿਆਰਿਓ, ਉਹ ਬੀਬੀ ਰੌਲਾ ਪਾਉਂਦੀ ਆਉਂਦੀ ਹੈ। ਪਾਤਸ਼ਾਹ ਕਹਿਣ ਲੱਗੇ, ਬੀਬੀ ਕੀ ਹੋ ਗਿਆ? ਕਹਿੰਦੇ ਮਹਾਰਾਜ ਦਰਸ਼ਨ ਹੋ ਗਏ ਮੈਨੂੰ, ਅੱਜ ਬੜੇ ਝਲਕਾਰੇ ਪੈ ਰਹੇ। ਪਾਤਸ਼ਾਹ ਕਹਿੰਦੇ, ਬੀਬੀ ਜੇ ਕੋਈ ਕਿਣਕਾ ਮਿਲ ਜੇ ਨਾ, ਉਹਨੂੰ ਸੰਭਾਲ ਕੇ ਰੱਖੀਦਾ ਹੈ, ਗਵਾਈ ਦਾ ਨਹੀਂ ਹੁੰਦਾ ਗਾ। ਉਹ ਮਸਤ ਹੋ ਗਈ ਸੀ ਕਿਤੇ, ਪਤਾ ਨਹੀਂ ਗੁਰੂ ਸਾਹਿਬ ਨੇ ਕੀ ਕਿਰਪਾ ਕੀਤੀ, ਤੇ ਸਿੱਖਾਂ ਨੂੰ ਕਹਿੰਦੇ ਨੂੰ ਫੜ ਕੇ ਨਾ ਸੰਭਾਲ ਕੇ ਸਟੇਜ ਕੋਲ ਲਿਜਾ ਕੇ ਬਿਠਾਓ। ਉਹ ਲਿਜਾ ਕੇ ਉੱਥੇ ਬਿਠਾਇਆ, ਤੇ ਪਾਤਸ਼ਾਹ ਘੁੰਮਦੇ ਘੁੰਮਦੇ ਦੂਜੇ ਪਾਸਿਓਂ ਆ ਰਹੇ ਆ, ਮਾਈਆਂ ਵਾਲੇ ਪਾਸਿਓਂ, ਤੇ ਉਹਨਾਂ ਨੇ ਇੱਕ ਮਾਈ ਨੂੰ ਗੋਡਿਆਂ ਵਿੱਚ ਸਿਰ ਦੇ ਕੇ ਰੋਂਦੀ ਵੇਖਿਆ। ਉਹਨੇ ਇਹ ਵੀ ਸੁਣ ਲਿਆ ਵੀ ਅੱਜ ਕਸ਼ਮੀਰ ਵਾਲਿਆਂ ਦੀ ਅਰਦਾਸ ਕਰਦਿਆਂ ਕੋਈ ਰੌਲਾ ਪੈ ਗਿਆ। ਹੋ ਸਕਦਾ ਮਸੰਦ ਨੇ ਕੋਈ ਕੀਮਤੀ ਚੀਜ਼ ਲੁਕੋ ਲਈ ਹੋਵੇ ਤੇ ਨਾ ਜਮ੍ਹਾਂ ਕਰਾਈ ਹੋਵੇ। ਮੇਰੇ ਚੌਲਾਂ ਦੀ ਗੱਲ ਤਾਂ ਨਹੀਂ ਹੋਣੀ, ਮੇਰੇ ਮੁੱਖ ਚੌਲਾਂ ਨੂੰ ਕਿਹਨੇ ਪੁੱਛਣਾ, ਨਾਲੇ ਇਹ ਵੀ ਸੋਚੀ ਜਾਂਦੀ ਹੈ। ਮੇਰੇ ਚੌਲਾਂ ਦੀ ਗੱਲ ਤਾਂ ਨਹੀਂ ਹੋਣੀ, ਗੱਲ ਕੋਈ ਵੱਡੀ ਹੋਣੀ ਆ, ਕੋਈ ਵੱਡੀ ਵਸਤੂ ਲਿਖੇ ਬਿਨਾਂ ਰਹਿ ਗਈ ਹੋਣੀ ਆ। ਪਰ ਪਰੇ ਬੈਠੀ ਉਦਾਸ ਹੈ, ਰੋ ਰਹੀ ਹੈ, ਗੋਡਿਆਂ ਵਿੱਚ ਸਿਰ ਦਿੱਤਾ। ਗੁਰੂ ਅਰਜਨ ਦੇਵ ਜੀ ਕੋਲ ਖੜ ਗਏ, ਕਹਿੰਦੇ ਮਾਤਾ ਰੋਈ ਕਿਉਂ ਜਾਨੀ ਆ? ਹੁਣ ਮਾਂ ਨੇ ਤਾਂ ਸਿਰ ਨਹੀਂ ਚੱਕਿਆ ਵੀ ਮੈਨੂੰ ਪੁੱਛਣ ਵਾਲਾ ਕੌਣ ਹੈ। ਵੈਸੀ ਕਹਿੰਦੀ ਵੀ ਵੀਰਾ ਪੁੱਛਣ ਵਾਲੇ ਆ, ਕੀ ਦੱਸਾਂ? ਕਸ਼ਮੀਰ ਤੋਂ ਸੰਗਤ ਆਈ ਹੈ, ਮੈਂ ਵੀ ਨਾਲ ਆਈ ਹਾਂ। ਅੱਜ ਕਸ਼ਮੀਰ ਵਾਲਿਆਂ ਦੀ ਅਰਦਾਸ ਹੋਣੀ ਹੈ, ਮੇਰਾ ਲਿਸਟ ਵਿੱਚ ਨਾਮ ਹੀ ਨਹੀਂ ਲਿਖਿਆ ਕਿਸੇ ਨੇ। ਕਹੋ ਸਤਨਾਮ ਸੀ। ਮੈਂ ਰਹਿ ਜਾਣਾ, ਸਾਰੀ ਕਸ਼ਮੀਰ ਨੇ ਤਰ ਜਾਣਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਅੱਛਾ ਮੂੰਹ ਤਾਹਾਂ ਚੱਕ ਤਾਂ ਵੇਖਾਂ ਭਲਾ। ਔਰ ਸਿਰ ਤੇ ਹੱਥ ਰੱਖ ਕੇ ਦੋਏ ਕਰ ਮਸਤਕ ਧਾਰ ਜੀਓ, ਆਪਣੇ ਸੇਵਕ ਕੀ ਪੈਜ ਰੱਖੀ ਆ। ਉਹਦਾ ਸਿਰ ਤਾਹਾਂ ਕੀਤਾ, ਵੇਖਿਆ ਕਿ ਅਨੁਭਵ ਦੇ ਵਿੱਚੋਂ ਇਹੀ ਮਾਈ ਦਿਸੀ ਸੀ ਮੈਨੂੰ, ਤੇ ਉਹਨੂੰ ਵੀ ਬਾਹੋਂ ਫੜ ਕੇ ਲਿਆਂਦਾ। ਉੱਥੇ ਸਟੇਜ ਤੇ ਆ ਗਏ, ਕਹਿੰਦੇ ਸੌਣ ਮੱਲ ਦੱਸਾਂ ਕਿਹਦਾ ਨਾਂ ਨਹੀਂ ਲਿਖਿਆ ਤੂੰ? ਹਾਂ ਮਹਾਰਾਜ, ਆਹ ਦੇਖ, ਆਹ 65 ਸਾਲ ਦੀ ਬੁੱਢੀ, ਇਹਦਾ ਨਾਂ ਨਹੀਂ ਲਿਖਿਆ ਤੂੰ? ਤੇ ਬੁੱਢੀ ਨੂੰ ਗਲੇ ਲਾ ਕੇ ਕਹਿੰਦੇ, ਬੇਬੇ ਨਾਲੇ ਤੇਰਾ ਨਾਂ ਤਾਂ ਮੈਂ ਦਿਲ ਦੀ ਫੱਟੀ ਤੇ ਲਿਖ ਲਿਆ। ਹੁਣ ਕਹੋ ਸਤਨਾਮ। ਇਹ ਕਾਗਜ਼ ਪੁਰਾਣੇ ਹੋ ਕੇ ਖਤਮ ਹੋ ਜਾਣਗੇ, ਪਰ ਤੇਰਾ ਨਾਂ ਤਾਂ ਰਹਿੰਦੀ ਦੁਨੀਆ ਤੱਕ ਦੁਨੀਆ ਲਵੇਗੀ। ਕਹੋ ਸਤਨਾਮ। ਮੈਂ ਦਿਲ ਦੀ ਫੱਟੀ ਤੇ ਲਿਖ ਲਿਆ। ਆਪੇ ਖਸਮ ਨਿਵਾਜਿਆ। ਮਾਲਕ ਆਪਣੇ ਪਿਆਰਿਆਂ ਨੂੰ ਆਪ ਨਿਵਾਜਦਾ, ਪਿਆਰ ਦਿੰਦਾ, ਸਤਿਕਾਰ ਦਿੰਦਾ। ਕਹਿੰਦੇ ਹੁਣ ਕੀ ਦੱਸਦੇ ਆ ਕਿਣਕੇ ਦੀ ਗੱਲ? ਕਹਿੰਦੇ ਜਿਹੜਾ ਇਸ ਮਾਈ ਦੀ ਭੇਟਾ ਆਈ ਹੈ ਨਾ, ਇਸ ਮਾਈ ਦੀ ਭੇਟਾ ਨੇ ਉਹ ਬੁੱਕ ਚੌਲ ਦੇ ਵਿੱਚ ਕਿੰਨੇ ਚੌਲ ਹੋਣਗੇ, ਤੇ ਜਿਹਦੇ ਅੰਦਰ ਇਹਦਾ ਚੌਲ ਚਲਿਆ ਗਿਆ, ਜਿਹਦੇ ਉੱਤੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਪਈ ਹੈ, ਉਹਦਾ ਵੀ ਉਧਾਰ ਹੋ ਜਾਣਾ। ਆਹ ਜਿਹੜੀ ਮਾਈ ਰੌਲਾ ਪਾ ਰਹੀ ਹੈ ਨਾ ਵੀ ਮੈਨੂੰ ਦਰਸ਼ਨ ਹੋ ਗਏ, ਝਲਕਾਰੇ ਪੈਂਦੇ ਆ, ਜੇ ਵੋ, ਇਹਨੇ ਕਿਤੇ ਆ ਮਾਈ ਵਾਲਾ ਚੌਲ ਖਾ ਲਿਆ, ਉਹ ਕਿਣਕਾ ਇਹਨੇ ਖਾ ਲਿਆ। ਕਿਣਕਾ ਏਕ ਜੇ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਇਹੋ ਜੀ ਦਸਾਂ ਨੌਹਾਂ ਦੀ ਕਿਰਤ ਹੋਵੇ ਤੇ ਉਹਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਪੈ ਜੇ, ਫਿਰ ਉਹ ਕਿਣਕਾ ਜਿਹਦੇ ਅੰਦਰ ਚਲਿਆ ਗਿਆ, ਉਹਦੇ ਅੰਦਰ ਆਪੇ ਗਿਆਨ ਹੋ ਜਾਣਾ। ਕਹੋ ਸਤਨਾਮ ਸ੍ਰੀ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਭਾਈ ਗੁਰਦਾਸ ਸਾਰੀ ਲਿਸਟ ਦੇ ਉੱਤੇ ਇਹ ਮਾਈ ਦਾ ਨਾਮ ਲਿਖ, ਹੁਣ ਬੀਬੀ ਸਮੋ, ਔਰ ਇਹਦਾ ਨਾਮ ਪਹਿਲਾਂ ਲੈ, ਫਿਰ ਆਪਾਂ ਅਰਦਾਸ ਕਰਾਂਗੇ। ਹੁਣ ਤਾਂ ਗੁਰੂ ਪਿਆਰਿਓ, ਫਿਰ ਉਸ ਦਾ ਨਾਮ ਉੱਪਰ ਲਿਖਿਆ ਗਿਆ, ਤੇ ਉੱਤੇ ਹੀ ਨਹੀਂ ਲਿਖਿਆ ਗਿਆ, ਇਤਿਹਾਸ ਦੇ ਪੰਨਿਆਂ ਤੇ ਚੜ੍ਹ ਗਿਆ, ਜਿਹਨੂੰ ਅੱਜ ਆਪਾਂ ਸਾਂਝਾ ਵੀ ਕਰਦੇ ਹਾਂ ਸਮੇਂ ਸਮੇਂ ਤੇ। ਕਹੋ ਸਤਨਾਮ ਸ੍ਰੀ। ਜਿਹਨੂੰ ਦੁਨੀਆ ਯਾਦ ਕਰਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਨਾਨਕ ਗੁਰਮੁਖ ਪ੍ਰਗਟ ਹੋਇਆ, ਜਾ ਕੋ ਜੋ ਧਰੀ ਕਰਤਾਰ ਜੀਓ, ਆਪੇ ਖਸਮ ਨਿਵਾਜਿਆ। ਸਤਿਗੁਰ ਜਾਨੀ ਜਾਣ ਹੈ, ਇੱਕ ਸਿੱਖ ਦੀ ਕੌਡੀ ਹੈ। 10ਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁ ਸੁੱਧੀ ਸੱਤੇ ਤੇ ਆਇਆ, ਸਤਿਗੁਰਾਂ ਦੀ ਹਜ਼ੂਰੀ 'ਚ ਢੇਰ ਲੱਗਿਆ ਪਿਆ ਸੋਨੇ ਚਾਂਦੀ ਦੇ ਸਮਾਨ ਦਾ, ਕਿਧਰੇ ਸ਼ਸਤਰਾਂ ਦਾ, ਹਥਿਆਰਾਂ ਦਾ, ਕਿਧਰੇ ਮਾਇਆ ਦਾ। ਉਹ ਕੌਡੀ ਰੱਖਦਾ ਰੱਖਦਾ ਸਿੱਖ
ਚੱਕ ਕੇ ਪੱਗ 'ਚ ਫੇਰ ਟੰਗ ਲਈ। ਕਹਿੰਦੇ ਆਪਣੀ ਕੌਡੀ ਕਿਹਨੇ ਪੁੱਛਣੀ ਹੈ, ਤੇ ਇੱਥੇ ਰੁਲ ਜਾਣੀ ਆ, ਛੱਡ ਯਾਰ ਚੱਲੀਏ ਆਪਾਂ, ਬਹਿ ਜਾਈਏ ਸਮਾਗਮ ਦੇਖੀਏ। ਸਮਾਗਮ ਦੀ ਸਮਾਪਤੀ ਹੋ ਗਈ। ਪਾਤਸ਼ਾਹ ਕਹਿੰਦੇ ਬਈ ਸਿੱਖੋ ਸਾਰੀਆਂ ਭੇਟਾਵਾਂ ਦੇਤੀਆਂ। ਕਹਿੰਦੇ ਹਾਂ ਮਹਾਰਾਜ। ਕਿਉਂ ਬਈ ਖਜ਼ਾਨਚੀਆ? ਕਹਿੰਦੇ ਹਾਂ ਜੀ ਲਿਖਤੀਆਂ ਸਾਰੀਆਂ। ਉਹ ਕਹਿੰਦੇ ਭਾਈ ਕੋਈ ਮੇਰੀ ਭੇਟਾ ਮੋੜ ਕੇ ਨਾ ਲੈ ਜਿਓ, ਦੇ ਕੇ ਜਾਇਓ ਮੈਨੂੰ। ਸਾਰੀ ਸੰਗਤ ਹੈਰਾਨ ਹੈ ਵੀ ਗੁਰੂ ਸਾਹਿਬ ਅੱਜ ਮੰਗ ਕੇ ਲੈ ਰਹੇ ਨੇ, ਕਮਾਲ ਹੋ ਗਈ, ਅੱਜ ਤਾਂ ਪਤਾ ਨਹੀਂ ਕਿਤੇ ਇੰਨੀ ਖੁਸ਼ੀ ਆਈ ਆ। ਤੀਜੀ ਵਾਰ ਫਿਰ ਜਦੋਂ ਪਾਤਸ਼ਾਹ ਨੇ ਕਿਹਾ, ਜਿਹਦੇ ਵੱਲ ਪਾਤਸ਼ਾਹ ਦਾ ਖਿਆਲ ਸੀ ਉਹ ਨਾ ਉੱਠਿਆ। ਅਖੀਰ ਕਹਿੰਦੇ ਗੁਰੂ ਸਾਹਿਬ ਉੱਠ ਕੇ ਗਏ। ਕਹਿੰਦੇ ਚੰਗਾ ਫਿਰ ਗਰੀਬੂ ਦਾਸ ਮੈਂ ਹੀ ਆਉਣਾ, ਤੂੰ ਤਾਂ ਨਹੀਂ ਆਉਣਾ। ਤੇ ਚੱਲਦੇ ਚੱਲਦੇ ਤੇ ਪਿੱਛੇ ਜੇ ਹੋ ਕੇ ਬੈਠਾ ਲੋਕੇ ਜੇ। ਕਹਿੰਦੇ ਲਿਆ ਬਈ ਤੂੰ ਕੀ ਲੈ ਕੇ ਆਇਆ? ਸਿੱਖ ਕਹਿੰਦਾ ਮਾਰੇ ਘਰੇ ਕੁਝ ਹੁੰਦਾ ਤਾਂ ਲੈ ਕੇ ਆਉਂਦਾ, ਜੇ ਤੂੰ ਕਿਸੇ ਨਾਲ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢੇ ਗਏ ਨਾ, ਕੱਢੀਏ ਤਾਂ ਹੀ ਜੇ ਦੇਵੇਂ ਤਾਂ। ਕਹਿੰਦੇ ਨਹੀਂ ਤੂੰ ਲੈ ਕੇ ਆਇਆ, ਲਿਆ ਫੜਾ। ਪਾਤਸ਼ਾਹ ਪੱਲਾ ਕਰਕੇ ਬੈਠੇ, ਮੁਰੇ ਲਿਆ ਦੇ ਤੂੰ ਕੀ ਲੈ ਕੇ ਆਇਆ? ਕਹਿੰਦਾ ਜੀ ਮੈਂ ਕੁਛ ਲੈ ਕੇ ਨਹੀਂ ਆਇਆ। ਨਾਲੇ ਅੱਖਾਂ 'ਚ ਪਾਣੀ ਚੱਲ ਪਿਆ ਵੀ ਯਾਰ ਹੈ ਗੁਰੂ ਕਿੰਨਾ ਸਾਡਾ ਗਰੀਬ ਨਵਾਜ ਹੈ। ਤੇ ਪਾਤਸ਼ਾਹ ਨੇ ਸਿਰ ਤੇ ਹੱਥ ਰੱਖਿਆ ਤੇ ਨਾਲੇ ਪੱਗ ਵਿੱਚ ਟੰਗੀ ਹੋਈ ਕੌਡੀ ਕੱਢ ਕੇ ਉਹਦੇ ਹੱਥ 'ਚ ਫੜਾਤੀ। ਕਹਿੰਦੇ ਲੈ ਫੜ ਹੁਣ ਧਰ ਮੇਰੇ ਹੱਥਾਂ ਤੇ, ਕਹੋ ਸਤਨਾਮ ਸਿੰਘ। ਤੇ ਗਰੀਬੂ ਦਾਸ ਨੇ ਕੰਮ ਦੇ ਹੱਥਾਂ ਨਾਲੋਂ ਕੌਡੀ ਸਤਿਗੁਰਾਂ ਦੇ ਚਰਨ ਹੱਥਾਂ ਤੇ ਰੱਖੀ ਤੇ ਪਾਤਸ਼ਾਹ ਲਪੇਟ ਕੇ ਸੱਜ ਆਪਣੇ ਸਟੇਜ ਤੇ ਆ ਗਏ, ਆਸਣ ਤੇ ਆ ਗਏ, ਸਿੰਘਾਸਣ ਤੇ ਆ ਗਏ। ਕਹਿੰਦੇ ਸਿੱਖੋ ਤੁਸੀਂ ਸੋਚਦੇ ਹੋਵੋਗੇ ਵੀ ਪਤਾ ਨਹੀਂ ਕਿੱਡਾ ਕੀਮਤੀ ਹੀਰਾ ਸੀ ਜਿਹੜਾ ਸਿੱਖ ਲਿਆਇਆ, ਤੇ ਸ਼ਾਇਦ ਇੱਥੇ ਆ ਕੇ ਮਨ ਬੇਈਮਾਨ ਹੋ ਗਿਆ ਵੀ ਯਾਰ ਕੀਮਤੀ ਆ। ਪਰ ਇਦੋਂ ਤਾਂ ਕੀਮਤੀ ਹੀਰੇ ਵੀ ਨਹੀਂ ਜੋ ਇਹ ਲੈ ਕੇ ਆਇਆ। ਮਾਰਿਓ ਕੀ ਲੈ ਕੇ ਆਇਆ ਦੱਸ ਦਿਓ ਸਾਨੂੰ ਵੀ। ਕਹਿੰਦੇ ਕੀ ਦੱਸਾਂ, ਪ੍ਰੇਮ ਲੈ ਕੇ ਆਇਆ ਜਿਹਦਾ ਮੈਂ ਭੁੱਖਾ ਹਾਂ। ਗੋਬਿੰਦ ਭਾਓ ਭਗਤ ਕਾ ਭੁੱਖਾ, ਹੋਰੀ ਦੇ ਘਰ ਛੱਡ ਕੇ ਬਿਦਰ ਕਹਿ ਘਰ ਜਾਏ ਕੈ ਸੁਖ। ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਖੈਰ ਆਪਾਂ ਆਖਰੀ ਪੰਕਤੀ ਪੜ੍ਹੀਏ ਪਲੇ ਦੀ। ਆਪੇ ਖਸਮ ਨਿਵਾਜਿਆ ਜੀਓ ਪਿੰਡ ਦੇ ਸਾਜਿਆ, ਆਪਣੇ ਸੇਵਕ ਕੀ ਪੈਜ ਰੱਖੀਆ। ਦੋਏ ਕਰ ਮਸਤਕ ਧਾਰ ਜੀਓ। ਜਦੋਂ ਗੁਰੂ ਤਰੁੱਠਦਾ ਫਿਰ ਦੋਨੇ ਹੱਥ ਸਿਰ ਤੇ ਰੱਖ ਕੇ ਐਸਾ ਪਿਆਰ ਦਿੰਦਾ ਹੈ ਕਿ ਦੋਹਾਂ ਲੋਕਾਂ ਦੇ ਵਿੱਚ ਉਹਦਾ ਉਧਾਰ ਕਰ ਦਿੰਦਾ ਹੈ। ਕਹੋ ਸਤਨਾਮ ਸੀ। ਸਭ ਸੰਜਮ ਰਹੇ ਸਿਆਣਪਾਂ। ਗੁਰੂ ਨਾਨਕ ਦੇ ਘਰ ਵੀ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ। ਇੱਥੇ ਸਿਆਣਪਾਂ ਥੱਲੇ ਰਹਿ ਜਾਂਦੀਆਂ, ਇੱਥੇ ਸੰਜਮ ਅਨੇਕਾਂ ਤਰ੍ਹਾਂ ਦੇ ਰੀਤੀ ਰਿਵਾਜ ਕਰਮਕਾਂਡ ਪਿੱਛੇ ਰਹਿ ਜਾਂਦੇ ਨੇ। ਮੇਰਾ ਪ੍ਰਭ ਸਭ ਕੁਛ ਜਾਣਦਾ, ਉਹ ਜਾਨੀ ਜਾਣ ਹੈ, ਸਭ ਦੇ ਹਿਰਦੇ ਦੀਆਂ ਜਾਣਦਾ ਹੈ। ਪ੍ਰਗਟ ਪ੍ਰਤਾਪ ਵਰਤਾਇਓ। ਤੇ ਜਦੋਂ ਇਸ ਤਰ੍ਹਾਂ ਆਪਣੇ ਪ੍ਰਤਾਪ ਨੂੰ ਪ੍ਰਗਟ ਕਰਦਾ ਹੈ, ਜਿਵੇਂ ਗੁਰੂ ਅਰਜਨ ਦੇਵ ਜੀ ਨੇ ਪ੍ਰਗਟ ਕੀਤਾ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਗਟ ਕੀਤਾ, ਜਦੋਂ ਆਪਣੇ ਪ੍ਰਤਾਪ ਨੂੰ ਦਿਖਾਉਂਦਾ ਨਾ ਝਲਕਾਰਾ, ਜਿਵੇਂ ਕ੍ਰਿਸ਼ਨ ਨੂੰ ਅਰਜਨ ਜੀ ਨੇ ਦਿਖਾਇਆ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਈ ਵਾਰੀ ਮਰਦਾਨੇ ਨੂੰ ਵਿਖਾਇਆ। ਕੋ ਸਤਨਾਮ ਸਿੰਘ। ਜਦੋਂ ਆਪਣਾ ਪ੍ਰਤਾਪ ਦਿਖਾਉਂਦਾ ਹੈ, ਸਭ ਲੋਕ ਕਰੇ ਜੈਕਾਰ ਜੀਓ। ਸਾਰੀ ਦੁਨੀਆ ਜੈ ਜੈਕਾਰਾਂ ਕਰਦੀ ਆ। ਜਦੋਂ ਗੁਰੂ ਆਪਣੇ ਸਿੱਖਾਂ ਨੂੰ ਗਲੇ ਲਾਉਂਦਾ ਹੈ, ਮੇਰਾ ਗੁਣ ਅਵਗੁਣ ਨਾ ਵਿਚਾਰੇ। ਫਿਰ ਸਿੱਖ ਦੇ ਗੁਣ ਔਗਣ ਨਹੀਂ ਵੇਖਦਾ। ਪ੍ਰਭ ਆਪਣਾ ਬਿਰਦ ਸੰਹਾਰਿਆ, ਬਸ ਆਪਣੇ ਬਿਰਦ ਬਾਣੇ ਦੀ ਲਾਜ ਰੱਖਦਾ ਹੈ। ਉਹਦਾ ਸੁਭਾਅ ਜਿਹੜਾ ਉਹ ਨਹੀਂ ਛੱਡਦਾ। ਆਪਾਂ ਅਰਦਾਸ ਵੀ ਕਰਦੇ ਹਾਂ, ਮਹਾਰਾਜ ਕਿਰਪਾ ਕਰਿਓ, ਮੈਂ ਤਾਂ ਮੂਰਖ ਜਿਹਾ ਬੰਦਾ ਹਾਂ, ਬਹੁਤ ਗਲਤੀਆਂ ਕਰਦਾ, ਪਰ ਤੁਹਾਡਾ ਸੁਭਾਅ ਮਾਫ਼ ਕਰਨਾ, ਬਖਸ਼ ਦਿਓ ਮੈਨੂੰ। ਪ੍ਰਗਟ ਪ੍ਰਤਾਪ ਵਰਤਾਇਓ, ਸਭ ਲੋਕ ਕਰੇ ਜੈਕਾਰ ਜੀਓ। ਮੇਰੇ ਗੁਣ ਅਵਗੁਣ ਨਾ ਵਿਚਾਰਿਆ, ਪ੍ਰਭ ਆਪਣਾ ਬਿਰਦ ਸਮਾਰਿਆ। ਕੰਠ ਲਾਇ ਕੇ ਰੱਖਿਆਨ ਲਗਨ ਤੱਤੀ ਵਾਓ ਜੀਓ। ਤੇ ਸਿੱਖ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ। ਖੈਰ ਇਹ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਕਿਵੇਂ ਭਾਈ ਬਿਧੀ ਚੰਦ ਜੀ ਨੂੰ ਭੱਠੇ ਦੇ ਵਿੱਚੋਂ ਛੇਵੇਂ ਪਾਤਸ਼ਾਹ ਨੇ ਬਚਾਇਆ ਸੀ। ਵਿਚਾਰਾ ਇੱਥੇ ਰੋਕਦੇ ਹਾਂ, ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ।